ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਆਪਾਂ ਕਰਾਂਗੇ ਸਾਹਿਤਕ ਕਿਰਨਾਂ ਭਾਗ ਦੂਸਰਾ ਵਿੱਚ ਦਰਜ ਪਾਠ ਨੰਬਰ 15 ਪੰਜਾਬ ਦੇ ਲੋਕ ਗੀਤ, ਜੋ ਕਿ ਤੇਜਿੰਦਰ ਕੌਰ ਦੁਆਰਾ ਲਿਖਿਆ ਗਿਆ ਹੈ। ਲੋਕ ਗੀਤ ਕੀ ਹੁੰਦਾ ਹੈ? ਲੋਕ ਗੀਤ ਦੇ ਨਾਮ ਤੋਂ ਹੀ ਪਤਾ ਚੱਲਦਾ ਹੈ ਕਿ ਲੋਕਾਂ ਦੁਆਰਾ ਗਾਏ ਹੋਏ ਗੀਤ, ਜੋ ਕਿ ਇੱਕ ਸਮੂਹ ਹੁੰਦਾ ਲੋਕਾਂ ਦਾ, ਉਹਨਾਂ ਦੁਆਰਾ ਬਣਾਏ ਗਏ ਗਾਏ ਹੋਏ ਗੀਤ। ਇਹਨਾਂ ਦਾ ਕੋਈ ਲੇਖਕ ਨਹੀਂ ਹੁੰਦਾ, ਇਹ ਇੱਕ ਝੁੰਡ ਦੁਆਰਾ ਜਾਂ ਸਮੂਹ ਦੁਆਰਾ ਤਿਆਰ ਕੀਤੇ ਜਾਂਦੇ ਹਨ। ਲੋਕ ਗੀਤ ਲੋਕ ਦਿਲਾਂ ਵਿੱਚੋਂ ਆਪ ਮੁਹਾਰੇ ਨਿਕਲਦੇ ਹਨ। ਆਪ ਮੁਹਾਰੇ ਦਾ ਮਤਲਬ ਹੁੰਦਾ ਹੈ ਆਪਣੇ ਆਪ ਮੂੰਹ ਵਿੱਚੋਂ ਨਿਕਲਣਾ। ਇਹ ਆਮ ਲੋਕਾਂ ਦੀਆਂ ਖੁਸ਼ੀਆਂ, ਚਾਵਾਂ ਅਤੇ ਦਰਦ ਵਿਛੋੜਿਆਂ ਦਾ ਸੱਚਾ ਸੁੱਚਾ ਬਿਆਨ ਹੁੰਦੇ ਹਨ। ਕਹਿਣ ਦਾ ਮਤਲਬ ਇਹ ਆ ਕਿ ਲੋਕਾਂ ਦੇ ਮੂੰਹ ਦੇ ਵਿੱਚੋਂ ਆਪਣੇ ਆਪ ਨਿਕਲਦੇ ਹਨ। ਜਦੋਂ ਲੋਕਾਂ ਦਾ ਜੋ ਸਮੂਹ ਹੈ ਖੁਸ਼ੀ ਵਿੱਚ ਹੁੰਦਾ, ਚਾਅ ਦੇ ਵਿੱਚ ਹੁੰਦਾ, ਤਾਂ ਚਾਅ, ਖੁਸ਼ੀ, ਦਰਦ ਵਿਛੋੜੇ ਦੇ ਵਿੱਚ ਉਹਨਾਂ ਦੇ ਦਿਲ 'ਚੋਂ, ਉਹਨਾਂ ਦੇ ਮੂੰਹ ਦੇ ਵਿੱਚੋਂ ਆਪਣੇ ਆਪ ਜੋ ਨਿਕਲਦੇ ਹਨ, ਉਹ ਹੁੰਦੇ ਹਨ ਲੋਕ ਗੀਤ। ਪੰਜਾਬ ਲੋਕ ਗੀਤਾਂ ਦੀ ਧਰਤੀ ਹੈ। ਇੱਥੋਂ ਦਾ ਹਰ ਇੱਕ ਵਾਸੀ ਲੋਕ ਗੀਤਾਂ ਵਿੱਚ ਜਨਮ ਲੈਂਦਾ ਹੈ, ਬਚਪਨ ਗੁਜ਼ਾਰਦਾ ਹੈ, ਜਵਾਨ ਹੁੰਦਾ ਹੈ, ਵਿਆਹਿਆ ਜਾਂਦਾ ਹੈ, ਗ੍ਰਸਤੀ ਜੀਵਨ ਭੋਗਦਾ ਅਤੇ ਅੰਤ ਗੀਤਾਂ ਵਿੱਚ ਹੀ ਮਰ ਜਾਂਦਾ ਹੈ। ਲੋਕ ਗੀਤ ਲੋਕ ਸੱਭਿਆਚਾਰ ਦਾ ਹੀ ਪ੍ਰਕਾਸ਼ ਹਨ। ਕਿਸੇ ਸੱਭਿਆਚਾਰ ਦੀ ਜਿਤਨੀ ਬਹੁਰੰਗੀ ਝਾਕੀ ਲੋਕ ਗੀਤਾਂ ਵਿੱਚ ਵੇਖਣ ਨੂੰ ਮਿਲਦੀ ਹੈ, ਉਹ ਸਾਹਿਤ ਦੇ ਕਿਸੇ ਵੀ ਹੋਰ ਸਾਹਿਤ ਰੂਪ ਵਿੱਚ ਆਪਣਾ ਪ੍ਰਗਟਾ ਨਹੀਂ ਲੱਭ ਸਕਦੀ। ਲੋਕ ਸੱਭਿਆਚਾਰ ਨਾਲ ਇਸ ਪ੍ਰਕਾਰ ਦੀ ਨੇੜਲੀ ਸਾਂਝ ਸਦਕਾ ਹੀ ਲੋਕ ਗੀਤਾਂ ਵਿੱਚ ਸੱਭਿਆਚਾਰਕ ਕਦਰਾਂ ਕੀਮਤਾਂ ਤੇ ਰਸਮਾਂ ਰਲਗੱਡ ਹਨ। ਰਲਗੱਡ ਦਾ ਮਤਲਬ ਇੱਥੇ ਇਹ ਹੈ ਰਲੀਆਂ ਮਿਲੀਆਂ। ਇਹਨਾਂ ਦੀ ਸਿਰਜਣਾ ਪਿੱਛੋਂ ਕਿਉਂਕਿ ਸਮੁੱਚੀ ਜਾਤੀ ਦਾ ਲੋਕ ਅਨੁਭਵ ਤੇ ਵਿਹਾਰ ਕਾਰਜਸ਼ੀਲ ਹੁੰਦਾ ਹੈ, ਜਿਸ ਕਰਕੇ ਇਹ ਸਮੁੱਚੀ ਜਾਤੀ ਦੀ ਸਿਰਜਣਾ ਅਖਵਾਉਂਦੇ ਹਨ। ਇਹ ਅੱਖਰ ਗਿਆਨ ਤੋਂ ਕੋਰੇ ਸਾਧ ਮੁਰਾਦੇ ਨਿਰਛਲ ਲੋਕਾਂ ਦੇ ਸੁੱਤੇ ਸਿੱਧ ਪ੍ਰਗਟਾਵੇ ਹਨ। ਹੁਣ ਇਹਦੇ ਵਿੱਚ ਕੀ ਦਿੱਤਾ ਗਿਆ ਹੈ ਵੀ ਜਿਹੜੇ ਲੋਕ ਗੀਤ ਨੇ, ਲੋਕ ਗੀਤ ਨਾਮ ਤੋਂ ਹੀ ਪਤਾ ਚੱਲਦਾ ਨਾ ਬੇਟਾ ਵੀ ਲੋਕਾਂ ਦੁਆਰਾ ਬਣਾਏ ਹੋਏ, ਲੋਕਾਂ ਦੇ ਮੂੰਹ 'ਚੋਂ ਆਪਣੇ ਆਪ ਨਿਕਲੇ ਹੋਏ, ਆਪ ਮੁਹਾਰੇ ਨਿਕਲੇ। ਮਤਲਬ ਜਦੋਂ ਲੋਕਾਂ ਦਾ ਸਮੂਹ ਕਿਸੇ ਖੁਸ਼ੀ 'ਚ, ਗਮ 'ਚ, ਚਾਅ ਵਿਛੋੜੇ 'ਚ ਹੁੰਦਾ, ਤਾਂ ਉਹਨਾਂ ਦੇ ਮਨ ਦੇ ਵਿੱਚੋਂ, ਦਿਲ ਦੇ ਵਿੱਚੋਂ, ਮੂੰਹ ਦੇ ਵਿੱਚੋਂ ਸੁੱਚੇ ਸਿੱਧ ਆਪਣੇ ਆਪ ਹੀ ਆਉਂਦੇ ਹਨ, ਨਿਕਲਦੇ ਹਨ। ਅਤੇ ਜੋ ਇਹ ਵਾਲੇ ਜੋ ਗੀਤ ਬਣਾਏ ਜਾਂਦੇ ਹਨ, ਇਹ ਜ਼ਿਆਦਾ ਪੜ੍ਹੇ ਲਿਖੇ ਵਿਦਵਾਨਾਂ ਦੁਆਰਾ ਨਹੀਂ ਬਣਾਏ ਜਾਂਦੇ, ਕਿਉਂਕਿ ਇਹਦੇ ਵਿੱਚ ਦਿੱਤਾ ਹੋਇਆ ਅੱਖਰ ਗਿਆਨ ਤੋਂ ਕੋਰੇ। ਅੱਖਰ ਗਿਆਨ ਤੋਂ ਕੋਰੇ ਮਤਲਬ ਵੀ ਉਹਨਾਂ ਨੂੰ ਕੋਈ ਅੱਖਰ ਗਿਆਨ ਨਹੀਂ ਹੁੰਦਾ, ਮਤਲਬ ਅਨਪੜ੍ਹ ਲੋਕ ਹੀ ਬਣਾ ਸਕਦੇ ਹਨ, ਬਣਾ ਲੈਂਦੇ ਹਨ। ਸਾਧ ਮੁਰਾਰੇ ਬਿਲਕੁਲ ਸਿੱਧੇ ਸਾਦੇ ਨਿਰਛਲ, ਬਿਨਾਂ ਕਿਸੇ ਮਤਲਬ ਚਲਾਕੀ ਤੋਂ ਸਿੱਧੇ ਸਾਦੇ ਲੋਕ ਜਿਹੜੇ ਹੁੰਦੇ ਹਨ, ਉਹ ਇਹ ਲੋਕ ਗੀਤ ਬਣਾ ਸਕਦੇ ਹਨ। ਅਨਪੜ੍ਹ ਲੋਕ ਵੀ ਇਹਨਾਂ ਦੀ ਸਿਰਜਣਾ ਕਰ ਸਕਦੇ ਹਨ। ਜਿਹੜੇ ਆਪਣੇ ਲੋਕ ਸੱਭਿਆਚਾਰ ਦਾ ਇਹ ਜੋ ਅੰਗ ਹਨ ਲੋਕ ਗੀਤ, ਇਹਨਾਂ ਦਾ ਕੋਈ ਵੀ ਹੁਣ ਤੱਕ ਰਾਈਟਰ ਨਹੀਂ ਮਿਲਿਆ। ਇਹ ਲੋਕਾਂ ਦਾ ਜਿਹੜਾ ਸਮੂਹ ਹੁੰਦਾ, ਝੁੰਡ ਹੁੰਦਾ, ਉਹ ਇਹਨਾਂ ਦੀ ਸਿਰਜਣਾ ਕਰਦੇ ਹਨ। ਅਤੇ ਜ਼ਰੂਰੀ ਨਹੀਂ ਕਿ ਉਹ ਵਿਦਵਾਨ ਹੁੰਦੇ ਹਨ ਜਾਂ ਪੜ੍ਹੇ ਲਿਖੇ ਹੁੰਦੇ ਹਨ। ਜੋ ਪੰਜਾਬ ਹੈ ਉਹ ਕੀ ਹੈ, ਲੋਕ ਗੀਤਾਂ ਦੀ ਧਰਤੀ ਹੈ। ਇਹ ਤਾਂ ਜਦੋਂ ਵੀ ਮਨੁੱਖ ਜਨਮ ਲੈਂਦਾ ਹੈ, ਕੋਈ ਬੱਚਾ ਜਨਮ ਲੈਂਦਾ ਹੈ, ਤਾਂ ਵੀ ਲੋਕ ਗੀਤ ਗਾਏ ਜਾਂਦੇ ਹਨ। ਉਹਨਾਂ ਦੇ ਜਨਮ ਦੇ ਵਿੱਚ, ਖੁਸ਼ੀ ਦੇ ਵਿੱਚ, ਬਚਪਨ ਗੁਜ਼ਾਰਦਾ ਹੈ ਤਾਂ ਉਹ ਖੇਡਾਂ ਇਹੋ ਜਿਹੀਆਂ ਖੇਡਦਾ ਹੈ ਜਿਹਦੇ ਵਿੱਚ ਉਹ ਗੀਤ ਗਾਉਂਦਾ ਹੈ। ਜਵਾਨ ਹੁੰਦਾ ਤਾਂ ਗੀਤ ਗਾਉਂਦਾ। ਜਦੋਂ ਉਹਦਾ ਵਿਆਹ ਹੁੰਦਾ ਤਾਂ ਦੇਖੋ, ਜਦੋਂ ਮੁੰਡੇ ਦਾ ਵਿਆਹ ਹੁੰਦਾ ਤਾਂ ਘੋੜੀਆਂ ਗਾਈਆਂ ਜਾਂਦੀਆਂ, ਤਾਂ ਕੁੜੀ ਦਾ ਵਿਆਹ ਹੋਵੇ ਤਾਂ ਸੁਹਾਗ ਗਾਏ ਜਾਂਦੇ ਹਨ। ਕਹਿਣ ਦਾ ਮਤਲਬ ਵੀ ਬਚਪਨ ਤੋਂ ਲੈ ਕੇ ਜਦੋਂ ਇੱਕ ਬੱਚਾ ਜਨਮ ਲੈਂਦਾ ਹੈ ਅਤੇ ਵੱਡਾ ਹੁੰਦਾ ਹੈ, ਜਵਾਨ ਹੁੰਦਾ ਹੈ, ਵਿਆਹਿਆ ਜਾਂਦਾ ਹੈ, ਆਪਣੀ ਗ੍ਰਸਤੀ ਜੀਵਨ ਬਤੀਤ ਕਰਦਾ ਹੈ, ਅਤੇ ਅੰਤ ਜਦੋਂ ਮਰ ਜਾਂਦਾ ਨਾ, ਤਾਂ ਵੀ ਉਹਦੀ ਪੂਰੀ ਜ਼ਿੰਦਗੀ ਲੋਕ ਗੀਤਾਂ ਦੇ ਨਾਲ ਚੱਲਦੀ ਹੈ। ਅੱਗੇ ਹੈਗਾ ਲੋਕ ਗੀਤ ਜੋ ਕਿ ਦਿੱਤਾ ਹੋਇਆ, ਨਾ ਮੈਂ ਮੇਲਣੇ ਪੜ੍ਹੀ ਗੁਰਮੁਖੀ, ਨਾ ਬੈਠੀ ਸਾਂ ਡੇਰੇ, ਨਿਤ ਨਵੀਆਂ ਮੈਂ ਜੋੜਾਂ ਬੋਲੀਆਂ, ਬਹਿ ਕੇ ਮੋਟੇ ਨੇਰੇ, ਗੀਤ ਅਗੰਮੀ ਨਿਕਲਣ ਅੰਦਰੋਂ, ਵਸ ਨਹੀਂ ਕੁਛ ਮੇਰੇ, ਮੇਲਣੇ ਨੱਚ ਲੈ ਨੀ, ਦੇ ਕੇ ਸ਼ੌਂਕ ਦੇ ਗੇੜੇ। ਹੁਣ ਜਿਹੜਾ ਇਹ ਲੋਕ ਗੀਤ ਹੈ ਇੱਕ ਬੋਲੀ ਦੇ ਰੂਪ ਵਿੱਚ ਦਿੱਤਾ ਗਿਆ ਹੈ। ਮੇਲਣੇ ਕਿਹਨੂੰ ਕਿਹਾ ਜਾਂਦਾ ਹੈ? ਵਿਆਹ ਦੇ ਵਿੱਚ ਜਿਹੜੇ ਮੇਲ ਆਉਂਦੇ ਹਨ, ਮੇਲ ਮਤਲਬ ਜੋ ਰਿਸ਼ਤੇਦਾਰ ਆਉਂਦੇ ਹਨ, ਦਾਦਕਾ ਮੇਲ ਜਾਂ ਨਾਨਕਾ ਮੇਲ। ਹੁਣ ਇਹ ਇੱਕ ਬੋਲੀ ਦਿੱਤੀ ਗਈ ਹੈ, ਬੋਲੀ ਕੀ ਜੋ ਕਿ ਇੱਕ ਲੋਕ ਗੀਤ ਦਾ ਰੂਪ ਮੰਨਿਆ ਜਾਂਦਾ ਹੈ। ਲੋਕ ਗੀਤ ਮਨੁੱਖੀ ਸਿਰਜਣਾ, ਯੋਗਤਾ ਅਤੇ ਕਲਾਕਾਰੀ ਦਾ ਸਭ ਤੋਂ ਪਹਿਲਾ ਪ੍ਰਗਟਾ ਹਨ।
ਪੰਜਾਬ ਦੇ ਵੱਖ-ਵੱਖ ਖਿੱਤਿਆਂ ਮਾਝੇ, ਮਾਲਵੇ, ਦੁਆਬੇ, ਪੁਆਧ, ਪੋਠੋਹਾਰ ਅਤੇ ਪਹਾੜੀ ਇਲਾਕਿਆਂ ਵਿੱਚੋਂ ਬਹੁ ਗਿਣਤੀ ਵਿੱਚ ਲੋਕ ਗੀਤ ਮਿਲਦੇ ਹਨ। ਹੁਣ ਜੋ ਪੰਜਾਬ ਦੀ ਧਰਤੀ ਹੈ ਨਾ, ਉਹਦੇ ਅਲੱਗ-ਅਲੱਗ ਪਾਰਟ ਬਣੇ ਹੋਏ ਹਨ। ਜਿਵੇਂ ਮਾਝੇ ਦਾ ਏਰੀਆ, ਮਾਲਵਾ, ਦੁਆਬਾ, ਇਹ ਸਾਰੇ ਪੰਜਾਬ ਦੀ ਧਰਤੀ ਨੂੰ ਅਲੱਗ-ਅਲੱਗ ਏਰੀਏ ਦੇ ਅਕੋਰਡਿੰਗ ਵੰਡਿਆ ਗਿਆ ਹੈ। ਪਰ ਜਿਹੜੇ ਉਹਨਾਂ ਦੇ ਲੋਕ ਗੀਤ ਨੇ ਨਾ, ਲਗਭਗ ਇੱਕ ਦੂਜੇ ਨਾਲ ਮਿਲਦੇ ਜੁਲਦੇ ਹਨ। ਇਹਨਾਂ ਖਿੱਤਿਆਂ ਵਿੱਚ ਵੱਖੋ ਵੱਖ ਸਥਾਨਕ ਅਤੇ ਰਾਂਗਲੀ ਤਸਵੀਰ ਦੇ ਬਾਵਜੂਦ ਵੀ ਇਹਨਾਂ ਲੋਕ ਗੀਤਾਂ ਵਿੱਚ ਇੱਕੋ ਸੁਭਾਅ ਅਤੇ ਤਾਸੀਰ ਮਿਲਦੀ ਹੈ। ਹੁਣ ਦੇਖੋ, ਤਾਸੀਰ ਦਾ ਮਤਲਬ ਹੁੰਦਾ ਅਸਰ, ਪ੍ਰਭਾਵ, ਮਤਲਬ ਕਿ ਅਲੱਗ-ਅਲੱਗ ਖੇਤਰਾਂ ਦੇ ਗੀਤ ਨੇ, ਅਲੱਗ-ਅਲੱਗ ਜਗ੍ਹਾ 'ਤੇ ਬਣਾਏ ਗਏ ਅਤੇ ਗਾਏ ਗਏ ਹਨ, ਪਰ ਫਿਰ ਵੀ ਆਪਸ ਦੇ ਵਿੱਚ ਮਿਲਦੇ ਜੁਲਦੇ ਹਨ। ਭਾਵ ਸਮੁੱਚੇ ਰੂਪ ਵਿੱਚ ਇਹਨਾਂ ਪੰਜਾਬ ਦੇ ਲੋਕ ਗੀਤਾਂ ਵਿੱਚ ਪੰਜਾਬੀ ਸੱਭਿਆਚਾਰ ਦੀ ਹੀ ਤਸਵੀਰ ਮਿਲਦੀ ਹੈ। ਗੀਤ ਦਾ ਨਤਾਰਾ ਤਾਂ ਗਾਉਣ ਨਾਲ ਹੀ ਹੁੰਦਾ ਹੈ। ਜਿਹੜਾ ਗੀਤ ਗਾਉਣ ਲੱਗਿਆਂ ਸਵਾਦ ਨਾ ਦੇਵੇ, ਉਹ ਕਿਤਾਬ ਦੇ ਪੰਨਿਆਂ 'ਤੇ ਭਾਵੇਂ ਜਿਉਂਦਾ ਰਹੇ, ਪਰ ਲੋਕਾਂ ਦੇ ਬੁੱਲ੍ਹਾਂ ਉੱਤੇ ਜਿਉਂਦਾ ਨਹੀਂ ਰਹਿ ਸਕਦਾ। ਲੋਕ ਗੀਤਾਂ ਨੂੰ ਲਿਖਤ ਰੂਪ ਦਾ ਕੁਝ ਸਮਾਂ ਪਹਿਲਾਂ ਹੀ ਮਿਲਿਆ ਹੈ, ਪਰ ਪਹਿਲਾਂ ਇਹ ਗੀਤ ਲੋਕਾਂ ਦੇ ਬੁੱਲ੍ਹਾਂ 'ਤੇ ਜਿਉਂਦੇ ਰਹੇ। ਲੈਅ ਤੇ ਰਸ ਗੀਤ ਦੀ ਮੁੱਢਲੀ ਸ਼ਰਤ ਹਨ, ਇਸੇ ਲਈ ਇਹ ਲੈਅ ਤੇ ਰਸ ਵਿੱਚ ਹੋਰਨਾਂ ਕਾਵਿ ਰੂਪਾਂ ਨੂੰ ਪਿੱਛੇ ਛੱਡ ਜਾਂਦੇ ਹਨ। ਜਿਹੜੇ ਲੋਕ ਗੀਤ ਨੇ ਨਾ, ਇਹਨਾਂ ਦਾ ਜਨਮ ਕਿਵੇਂ ਹੁੰਦਾ? ਪਹਿਲਾਂ ਇਹ ਬੁੱਲ੍ਹਾਂ 'ਤੇ ਆਉਂਦਾ, ਮਤਲਬ ਪਹਿਲਾਂ ਇਹ ਮੌਖਿਕ ਹੁੰਦੇ ਹਨ, ਤਾਂ ਹੌਲੀ ਹੌਲੀ ਇਹ ਲਿਖਤੀ ਹੋ ਜਾਂਦੇ ਹਨ। ਪੰਜਾਬੀ ਲੋਕ ਗੀਤਾਂ ਦਾ ਘੇਰਾ ਬਹੁਤ ਵਿਸ਼ਾਲ ਹੈ। ਵਿਸ਼ੇ ਪੱਖੋਂ ਜਿਵੇਂ ਵੰਨ ਸੁਵੰਨਤਾ ਹੈ, ਜਿਵੇਂ ਸੂਰਮਗਤੀ ਦੇ ਗੀਤ। ਸੂਰਮਗਤੀ ਦੇ ਮਤਲਬ ਹੁੰਦਾ ਬਹਾਦਰੀ ਦੇ ਯੋਧਿਆਂ ਦੇ ਗੀਤ, ਉਹਨਾਂ ਦੀ ਬਹਾਦਰੀ ਦੀ, ਉਹਨਾਂ ਦੀ ਪ੍ਰੇਜ਼ ਕਰਨੀ। ਪ੍ਰੀਤ ਕਥਾਵਾਂ, ਪ੍ਰੇਮ ਦੀਆਂ, ਪ੍ਰੀਤ ਮਤਲਬ ਪਿਆਰ ਦੀਆਂ ਕਥਾਵਾਂ। ਪੂਜਾ ਪਾਠ ਦੇ ਗੀਤ ਹੁੰਦੇ ਹਨ, ਦਿਨ ਤਿਉਹਾਰ ਦੇ ਹੁੰਦੇ ਹਨ, ਰੁੱਤਾਂ ਦੇ, ਤਿੱਥਾਂ ਦੇ, ਪਿਆਰ ਗੀਤ, ਵਿਛੋੜੇ ਦਾ, ਜਨਮ ਦਾ, ਵਿਆਹ ਦਾ, ਮਰਨ ਦਾ, ਪੇਕਾ ਘਰ, ਸਹੁਰਾ ਘਰ, ਹਾਰ ਸ਼ਿੰਗਾਰ ਆਦਿ। ਇਹ ਸਾਰਿਆਂ ਦੇ ਨਾਲ ਕੀ ਇਹਨਾਂ ਦੇ, ਇਹ ਗੀਤਾਂ ਦੇ ਕੀ ਨੇ, ਵਿਸ਼ੇ ਨੇ। ਉੱਤੇ ਲੋਕ ਗੀਤਾਂ ਦੇ ਵੱਖ-ਵੱਖ ਰੂਪ ਵੀ ਹਨ, ਜਿਵੇਂ ਲੋਰੀਆਂ। ਲੋਰੀਆਂ ਕੀ ਹੁੰਦੀਆਂ? ਹੁਣ ਲੋਰੀਆਂ, ਹੁਣ ਸਟੂਡੈਂਟਸ ਇੱਥੇ ਦਿੱਤਾ ਗਿਆ ਲੋਰੀਆਂ। ਲੋਰੀਆਂ ਬਾਰੇ ਤੁਹਾਨੂੰ ਪਤਾ ਹੀ ਹੋਣਾ, ਜਦੋਂ ਤੁਸੀਂ ਛੋਟੇ ਸੀ ਤਾਂ ਤੁਹਾਡੀ ਮੰਮਾ ਲੋਰੀ ਸੁਣਾਉਂਦੇ ਸੀ। ਲੋਰੀ ਦਾ ਮਤਲਬ ਹੁੰਦਾ ਜਦੋਂ ਬੱਚਾ ਛੋਟਾ ਹੁੰਦਾ ਤਾਂ ਉਹਦੀ ਮਦਰ, ਉਹਦੀ ਦਾਦੀ ਮਾਂ ਉਹਨੂੰ ਸਵਾਉਣ ਦੇ ਲਈ ਲੋਰੀਆਂ ਦਿੰਦੀ ਹੈ। ਸੁਹਾਗ ਉਹ ਗੀਤ ਨੇ ਜਿਹੜੇ ਕਿ ਗੀਤ ਕੁੜੀ ਦੇ ਵਿਆਹ ਵੇਲੇ ਗਾਏ ਜਾਂਦੇ ਹਨ। ਕੁੜੀ ਦੇ ਵਿਆਹ ਤੋਂ ਪਹਿਲਾਂ ਹੀ ਮਹੀਨਾ ਪਹਿਲਾਂ ਗਾਏ ਜਾਂਦੇ ਸੀ। ਹੁਣ ਥੋੜ੍ਹਾ ਜਿਹਾ ਟਰੈਂਡ ਘੱਟ ਚੁੱਕਿਆ ਹੈ। ਘੋੜੀਆਂ ਵੀ ਮੁੰਡੇ ਦੇ ਵਿਆਹ 'ਤੇ, ਸੁਹਾਗ ਕੁੜੀ ਦੇ ਵਿਆਹ 'ਤੇ ਗਾਏ ਜਾਂਦੇ ਹਨ ਅਤੇ ਘੋੜੀਆਂ ਮੁੰਡੇ ਦੇ ਵਿਆਹ 'ਤੇ। ਵਿਆਹ ਤੋਂ ਲੋਕ ਮਹੀਨਾ ਪਹਿਲਾਂ ਹੀ ਗਾਉਂਦੇ ਸਨ। ਸਿੱਠਣੀਆਂ, ਹੁਣ ਹੁੰਦੀਆਂ ਸਿੱਠਣੀਆਂ, ਹੁੰਦੀਆਂ ਵਿਅੰਗ ਦੇਣਾ। ਇਹ ਸਿੱਠਣੀਆਂ ਗਾਈਆਂ ਜਾਂਦੀਆਂ ਸਨ, ਵਿਅੰਗ ਦਿੱਤੇ ਜਾਂਦੇ ਸਨ। ਟੱਪਾ, ਬੋਲੀਆਂ, ਮਾਹੀਆ, ਢੋਲਾ, ਅਲਾਹੁਣੀ। ਹੁਣ ਬੋਲੀਆਂ ਕਿਹੜੀਆਂ? ਜਿਹੜੀ ਗਿੱਧੇ 'ਚ ਪਾਈਆਂ ਜਾਂਦੀਆਂ ਹਨ। ਟੱਪੇ ਵੀ ਤੁਸੀਂ ਸੁਣੇ ਹੁਣ, ਛੋਟੇ ਛੋਟੇ ਗੀਤਾਂ ਦੇ ਰੂਪ ਨੂੰ ਟੱਪੇ ਕਿਹਾ ਜਾਂਦਾ ਹੈ। ਅਤੇ ਮਾਹੀਆ ਇੱਕ ਪ੍ਰੇਮ ਦੇ ਗਾਣੇ ਹੁੰਦੇ ਆ, ਮਾਹੀਆ। ਢੋਲਾ ਵੀ। ਅਲਾਹੁਣੀ ਕਿਹੜੀ ਹੁੰਦੀ? ਅਤੇ ਵੈਣ ਹੁੰਦੇ ਹਨ, ਜਦੋਂ ਕੋਈ ਮਰ ਜਾਂਦਾ ਤਾਂ ਉਦੋਂ ਇਹ ਗਾਏ ਜਾਂਦੇ ਹਨ। ਵੀ ਪਹਿਲਾਂ ਹੀ ਟਰੈਂਡ ਸੀ ਵੀ ਜਦੋਂ ਕੋਈ ਮਰ ਜਾਂਦਾ ਸੀ ਤਾਂ ਨੈਣ ਹੁੰਦੀ ਸੀ, ਨੈਣ ਵੈਣ ਪਾਉਂਦੀ ਹੋਈ ਅੱਗੇ ਅੱਗੇ ਤੁਰਦੀ ਸੀ ਅਤੇ ਲੋਕ ਪਿੱਛੇ ਹੁੰਦੇ ਸੀ, ਅਤੇ ਉਹ ਜਿਹੜੀ ਨੈਣ ਸੀ ਅਲਾਹੁਣੀਆਂ ਪਾਉਂਦੀ, ਵੈਣ ਪਾਉਂਦੀ, ਕੀਰਨੇ ਪਾਉਂਦੀ, ਇੱਕ ਗੀਤਾਂ ਦੇ ਰੂਪ ਦੇ ਵਿੱਚ ਉਹ ਇਹ ਪਾਉਂਦੀ ਸੀ। ਛੰਦ, ਪਰਾਗਾ, ਥਾਲ, ਕਿੱਕਲੀ ਆਦਿ ਇਹ ਸਾਰੇ ਕੀ ਨੇ? ਲੋਕ ਗੀਤ ਦੀਆਂ ਵੰਨਗੀਆਂ ਨੇ। ਅੱਗੇ ਜੋ ਪੰਜਾਬੀ ਸੱਭਿਆਚਾਰ ਵਿੱਚ ਲੋਕ ਗੀਤ ਬੱਚੇ ਦੇ ਜਨਮ ਨਾਲ ਸ਼ੁਰੂ ਹੋ ਜਾਂਦੇ ਹਨ। ਮਾਂ ਘਰ ਦੇ ਕੰਮਕਾਰ ਵਿੱਚ ਰੁੱਝੀ ਹੋਈ ਬੱਚੇ ਨੂੰ ਸਵਾਉਣ ਦਾ ਯਤਨ ਕਰਦੀ ਹੈ। ਤਾਂ ਜਦੋਂ ਪਹਿਲਾਂ ਕੀ ਹੁੰਦਾ ਸੀ, ਜਦੋਂ ਅੱਜ ਕੱਲ੍ਹ ਵੀ ਮਾਵਾਂ ਲੋਰੀਆਂ ਤਾਂ ਖੈਰ ਦਿੰਦੀਆਂ ਨੇ, ਤਾਂ ਇਹਦੇ ਵਿੱਚ ਕੀ ਹੈ, ਜਦੋਂ ਇੱਕ ਬੱਚਾ ਹੈ ਉਹਨੂੰ ਨੀਂਦ ਨਹੀਂ ਆਉਂਦੀ ਅਤੇ ਉਹਦੀ ਮੰਮਾ ਉਹਨੂੰ ਸਵਾਉਣ ਦੇ ਲਈ ਇੱਕ ਲੋਰੀ ਦਿੰਦੀ ਹੈ, ਤਾਂ ਉਹ ਕਿਵੇਂ ਬੋਲਦੀ ਹੈ? ਜੰਗਲ ਸੁੱਤੇ, ਪਰਬਤ ਸੁੱਤੇ, ਸੁੱਤੇ ਸਭ ਦਰਿਆ, ਅਜੇ ਜਾਗਦਾ ਸਾਡਾ ਕਾਕਾ, ਨੀਂਦੇ ਛੇਤੀ ਆ, ਊ ਊ ਊ। ਇਸ ਤਰੀਕੇ ਦੇ ਨਾਲ ਬੜੀ ਹੀ ਸੁਰੀਲੀ ਅਤੇ ਮਿੱਠੀ ਅਤੇ ਪਿਆਰ ਭਰੀ ਆਵਾਜ਼ ਦੇ ਵਿੱਚ ਜਦੋਂ ਇੱਕ ਮਾਂ ਮਮਤਾ ਭਰੀ ਆਵਾਜ਼ ਦੇ ਵਿੱਚ ਇੱਦਾਂ ਦੀ ਲੋਰੀ ਸੁਣਾਉਂਦੀ ਹੈ ਅਤੇ ਬੱਚੇ ਨੂੰ ਆਪਣੇ ਆਪ ਹੀ ਨੀਂਦ ਆ ਜਾਂਦੀ ਹੈ। ਤਾਂ ਫਿਰ ਕੀ ਹੁੰਦਾ, ਜਦੋਂ ਬੱਚੇ ਵੱਡੇ ਹੋ ਜਾਂਦੇ ਹਨ ਤਾਂ ਕਿੱਕਲੀ ਪਾਉਂਦੇ ਹਨ। ਕਿੱਕਲੀ, ਕੁੜੀਆਂ ਕਿੱਕਲੀ ਪਾਉਂਦੀਆਂ ਹਨ, ਜੋ ਕਿ ਪਿਕਚਰ ਦੇ ਵਿੱਚ ਦਿੱਤਾ ਗਿਆ ਹੈ। ਇਸ ਤੋਂ ਬਾਅਦ ਕੋਟਰਾ ਛਪਾਕੀ।
ਕੋਟਲਾ ਛਪਾਕੀ ਇੱਕ ਖੇਡ ਹੈ ਜੋ ਕਿ ਅੱਜ ਕੱਲ੍ਹ ਦੇ ਹੁਣ ਬੱਚੇ ਨਹੀਂ ਖੇਡ ਰਹੇ, ਫੋਨ 'ਤੇ ਲੱਗੇ ਰਹਿੰਦੇ ਹਨ, ਫੋਨ 'ਤੇ ਗੇਮ ਖੇਡਦੇ ਹਨ। ਪਹਿਲਾਂ ਬੱਚੇ ਜੋ ਪਿਕਚਰ ਦੇ ਵਿੱਚ ਦਿੱਤਾ ਗਿਆ ਇਸ ਤਰੀਕੇ ਨਾਲ ਖੇਡਦੇ ਸੀ। ਇੱਕ ਸਰਕਲ ਬਣਾ ਕੇ ਬੱਚੇ ਬੈਠ ਜਾਂਦੇ ਸਨ ਅਤੇ ਇੱਕ ਜਣਾ ਦਾਈ ਦਿੰਦਾ ਸੀ, ਜਿਹਨੂੰ ਮੀਟੀ ਵੀ ਕਹਿ ਦਿੱਤਾ ਜਾਂਦਾ। ਕਿਵੇਂ ਦਿੰਦਾ ਸੀ ਉਹ ਮੀਟੀ? ਜੋ ਬੱਚਾ ਹੁੰਦਾ ਸੀਗਾ ਉਹ, ਹਾਂਜੀ, ਫਿਰ ਜੋ ਤੁਸੀਂ ਪਿਕਚਰ ਵਿੱਚ ਦੇਖ ਰਹੇ ਹੋ ਵੀ ਕੁਝ ਬੱਚੇ ਬੈਠੇ ਆ, ਹੈਡ ਡਾਊਨ ਕਰਕੇ ਬੈਠੇ ਆ। ਇੱਕ ਕੁੜੀ ਆਪਣੀ ਮੀਟੀ ਦੇ ਰਹੀ ਹੈ, ਮੀਟੀ ਮਤਲਬ ਉਹਦੀ ਵਾਰੀ ਦੇ ਰਹੀ, ਉਹਦੀ ਟਰਨ ਹੈ, ਉਹ ਦੇ ਰਹੀ ਹੈ। ਉਹਨੇ ਆਪਦੇ ਹੱਥ ਵਿੱਚ ਜੋ ਰੈੱਡ ਕਲਰ ਦਾ ਕੱਪੜਾ ਫੜਿਆ ਹੋਇਆ ਨਾ, ਇਸ ਨੂੰ ਉਹ ਗੋਲ ਗੋਲ ਘੁਮਾ ਕੇ ਵਟਾ ਦੇ ਕੇ ਨਾ ਕਰੜਾ ਜਿਹਾ ਕਰ ਲੈਂਦੇ ਆ। ਇਹਨੂੰ ਕੋਰੜਾ ਬੋਲਿਆ ਜਾਂਦਾ। ਇਹ ਸਰਕਲ ਦੇ ਚਾਰੇ ਪਾਸੇ ਤੁਰੂਗੀ ਅਤੇ ਬੋਲੂਗੀ ਕੋਟਲਾ ਛਪਾਕੀ ਜੁਮੇ ਰਾਤ ਆਈ ਆ। ਜਿਹੜੇ ਬੈਠੇ ਹੋਏ ਬੱਚੇ ਉਹ ਕਹਿਣਗੇ ਆਈ ਹੈ ਵੀ ਆਈ ਆ। ਫਿਰ ਇਹ ਬੋਲੂਗੀ, ਜਿਹੜਾ ਅੱਗੇ ਪਿੱਛੇ ਝਾਕੂ ਉਸਦੀ ਸ਼ਾਮਤ ਆਈ ਆ। ਬੈਠੇ ਹੋਏ ਬੱਚੇ ਉਹ ਬੋਲਣਗੇ ਆਈ ਆ ਵੀ ਆਈ ਆ। ਇਹ ਕੀ ਕਰੂਗੀ ਫਿਰ, ਜੇਕਰ ਕੋਈ ਬੱਚਾ ਹੈਡ ਉੱਪਰ ਕਰਕੇ ਦੇਖਣ ਦੀ ਕੋਸ਼ਿਸ਼ ਕਰੇਗਾ ਤੇ ਇਹ ਸ਼ਾਮਤ ਆਈ ਦਾ ਮਤਲਬ ਉਹਨਾਂ ਦੇ ਕੋਟਲਾ ਮਾਰੇਗੀ। ਤਾਂ ਇਸ ਤਰੀਕੇ ਨਾਲ ਬੱਚੇ ਨਹੀਂ ਦੇਖਦੇ, ਆਈਜ਼ ਕਲੋਜ਼ ਕਰਕੇ, ਹੈਡ ਡਾਊਨ ਕਰਕੇ ਇੱਦਾਂ ਹੀ ਬੈਠੇ ਰਹਿਣਗੇ ਅਤੇ ਇਹ ਐਵੇਂ ਬੋਲਦੀ ਰਹੂਗੀ ਅਤੇ ਸਰਕਲ ਪੂਰਾ ਕਰਦੀ ਰਹੂਗੀ ਕੋਟਲਾ ਛਪਾਕੀ ਜੁਮੇ ਰਾਤ ਆਈ ਹੈ। ਇਹ ਬੋਲਦੇ ਬੋਲਦੇ ਫਿਰ ਨਾ ਚੋਰੀ ਜੇ ਕਿਸੇ ਇੱਕ ਬੱਚੇ ਦੇ ਪਿੱਛੇ ਕੋਟਲਾ ਇਹ ਰੱਖ ਦੇਗੀ, ਜਿਹੜਾ ਇਹਦੇ ਹੱਥ 'ਚ ਕੱਪੜਾ। ਰੱਖਣ ਤੋਂ ਬਾਅਦ ਇਹ ਪੂਰਾ ਸਰਕਲ ਕਰਕੇ ਆਏਗੀ। ਜੇ ਤਾਂ ਉਸ ਬੱਚੇ ਨੂੰ ਪਤਾ ਚੱਲ ਗਿਆ ਤਾਂ ਉਹ ਬੱਚਾ ਉਹੀ ਕੋਟਲਾ ਲੈ ਕੇ ਇਹਦੇ ਮਗਰ ਭੱਜੇਗਾ ਔਰ ਇਹਨੂੰ ਮਾਰਨ ਦੀ ਕੋਸ਼ਿਸ਼ ਕਰੇਗਾ ਔਰ ਇਹ ਫਟਾਫਟ ਉਸ ਦੀ ਸੀਟ 'ਤੇ ਆ ਕੇ ਬੈਠ ਜਾਏਗੀ। ਅਗਰ ਨਹੀਂ ਤਾਂ ਫਿਰ ਅਗਰ ਬੱਚੇ ਨੂੰ ਨਹੀਂ ਪਤਾ ਚੱਲਦਾ ਤਾਂ ਉਹਦੀ ਸ਼ਾਮਤ ਆ ਜਾਂਦੀ ਹੈ, ਕੋਟਲਾ ਲੈ ਕੇ ਉਸ ਬੱਚੇ ਨੂੰ ਮਾਰੇਗੀ। ਉਮੀਦ ਹੈ ਕਿ ਤੁਹਾਨੂੰ ਇਹ ਜੋ ਗੇਮ ਹੈ ਸਮਝ ਆ ਚੁੱਕੀ ਹੋਏਗੀ। ਇਹ ਬਹੁਤ ਹੀ ਇੰਟਰਸਟਿੰਗ ਹੈ ਗੇਮ, ਜਿਹਦੇ ਨਾਲ ਬੱਚਿਆਂ ਦੀ ਮੈਂਟਲੀ ਔਰ ਫਿਜ਼ੀਕਲ ਪੂਰੀ ਤਰ੍ਹਾਂ ਐਕਟੀਵਿਟੀ ਹੁੰਦੀ ਹੈ। ਇਹ ਹੈਗੀ ਆ ਕੋਟਲਾ ਛਪਾਕੀ, ਇਹ ਗੇਮ ਦਾ ਨਾਮ ਹੈ, ਜੋ ਕਿ ਬੱਚੇ ਪਹਿਲਾਂ ਬਹੁਤ ਜ਼ਿਆਦਾ ਖੇਡਦੇ ਸੀ। ਇਸ ਤੋਂ ਅਗਲੀ ਹੈਗੀ ਹੈ ਗੁੱਲੀ ਡੰਡਾ। ਗੁੱਲੀ ਡੰਡੇ ਦੇ ਵਿੱਚ ਕੀ ਹੁੰਦਾ, ਜਿਵੇਂ ਤੁਸੀਂ ਪਿਕਚਰ ਦੇ ਵਿੱਚ ਦੇਖ ਰਹੇ ਹੋ, ਇੱਕ ਛੋਟੀ ਜਿਹੀ ਗੁੱਲੀ ਬਣਾ ਰੱਖੀ ਹੈ ਔਰ ਇੱਕ ਡੰਡਾ ਹੈ, ਜਿਹਨੂੰ ਕਿ ਕਿਵੇਂ ਉਹਦੇ ਉੱਪਰ ਮਾਰ ਕੇ ਗੁੱਲੀ ਨੂੰ ਉੱਪਰ ਨੂੰ ਕਰਕੇ ਨਿਸ਼ਾਨਾ ਲਗਾਉਣਾ ਹੁੰਦਾ ਵੀ ਕਿੰਨੀ ਦੂਰ ਤੱਕ ਉਹ ਜਾਂਦੀ ਹੈ। ਇਸ ਤੋਂ ਬਿਨਾਂ ਖਿੱਦੋ ਖੁੰਡੀ ਹੁੰਦੀ ਹੈ। ਖਿੱਦੋ ਦਾ ਮਤਲਬ ਹੁੰਦਾ ਇੱਕ ਬਾਲ ਹੁੰਦੀ ਹੈ ਜੋ ਕਿ ਲੀਰਾਂ ਦੀ ਬਣੀ ਹੁੰਦੀ ਹੈ, ਪਲਾਸਟਿਕ ਦੀ ਨਹੀਂ, ਲੀਰਾਂ ਦੀ ਬਣੀ ਹੁੰਦੀ ਹੈ ਖਿੱਦੋ ਖੁੰਡੀ। ਲੁਕਣ ਮੀਚੀ ਜੋ ਗੇਮ ਹੈ ਉਹ ਉਮੀਦ ਕਰਦੀ ਹਾਂ ਕਿ ਤੁਸੀਂ ਖੇਡਦੇ ਹੋਵੋਗੇ, ਖੇਡੀ ਹੋਊਗੀ ਤੁਸੀਂ ਕਦੇ। ਹੁਣ ਜਿਹੜੇ ਬੱਚੇ ਨੇ ਉਹ ਕਿੱਕਲੀ ਕਿਵੇਂ ਪਾਉਂਦੇ ਹਨ, ਇਹ ਵੀ ਇੱਕ ਖੇਡ ਹੈ। ਬੱਚੇ ਗੀਤ ਗਾਉਂਦੇ ਹੋਏ, ਕੁੜੀਆਂ ਮੁੰਡੇ ਵੀ ਕਿੱਕਲੀ ਪਾਉਂਦੇ ਆ, ਕੁੜੀਆਂ ਵੀ ਐਵੇਂ ਜੋ ਪਿਕਚਰ ਦੇ ਵਿੱਚ ਦਿੱਤਾ ਹੋਇਆ ਗੋਲ ਗੋਲ ਘੁੰਮਦੀਆਂ ਨੇ ਕੁੜੀਆਂ ਅਤੇ ਨਾਲ ਦੀ ਨਾਲ ਬੋਲਦੀਆਂ ਵੀ ਨੇ। ਕਿੱਕ ਲਿੱਕ ਲੀਰ ਦੀ, ਪੱਗ ਮੇਰੇ ਵੀਰ ਦੀ, ਦੁਪੱਟਾ ਮੇਰੇ ਭਾਈ ਦਾ, ਫਿੱਟੇ ਮੂੰਹ ਜਵਾਈ ਦਾ। ਇਹ ਕਹਿੰਦੀਆਂ ਹੋਈਆਂ ਕੁੜੀਆਂ ਗੋਲ ਗੋਲ ਘੁੰਮਦੀਆਂ ਰਹਿੰਦੀਆਂ ਹਨ। ਅਤੇ ਜਦੋਂ ਕੁੜੀਆਂ ਵੱਡੀਆਂ ਹੋ ਜਾਂਦੀਆਂ ਹਨ, ਮੁਟਿਆਰਾਂ ਹੋ ਜਾਂਦੀਆਂ ਹਨ, ਤਾਂ ਰੁੱਤਾਂ ਤਿਉਹਾਰਾਂ ਨਾਲ ਸੰਬੰਧਿਤ ਗੀਤ ਗਾਉਂਦੀਆਂ ਹਨ, ਜਿਵੇਂ ਕਿ ਤ੍ਰਿੰਝਣਾਂ ਵਿੱਚ ਪੀਂਘਾਂ ਝੂਟਦੀਆਂ ਹਨ। ਤ੍ਰਿੰਝਣ ਕੀ ਹੁੰਦੇ ਹਨ, ਜਿੱਥੇ ਕੁੜੀਆਂ ਪੀਂਘਾਂ ਝੂਟਦੀਆਂ ਹਨ, ਚਰਖੇ ਕੱਤਦੀਆਂ ਹਨ ਅਤੇ ਗੀਤ ਗਾਉਂਦੀਆਂ ਹਨ। ਗੀਤ ਕੀ ਗਾਉਂਦੀਆਂ ਹਨ ਇਕੱਠੀਆਂ ਹੋ ਕੇ, ਰਲ ਆਓ ਸਖੀਓ ਨੀ, ਸੱਭੇ ਤੀਆਂ ਖੇਡਣ ਜਾਈਏ, ਹੁਣ ਆ ਗਿਆ ਸਾਵਨ ਨੀ, ਪੀਂਘਾਂ ਪਿੱਪਲੀ ਜਾ ਕੇ ਪਾਈਏ। ਇਸ ਤੋਂ ਬਿਨਾਂ ਹੁੱਲੇ ਨੀ ਮਾਏ ਹੁੱਲੇ, ਦੋ ਬੇਰੀ ਪੱਤਰ ਝੁੱਲੇ, ਦੋ ਝੁੱਲ ਪਈਆਂ ਖੰਜੂਰਾਂ, ਇਸ ਮੁੰਡੇ ਦਾ ਕਰੋ ਮੰਗੇਵਾ, ਮੁੰਡੇ ਦੀ ਵਹੁਟੀ ਨਿਕੜੀ, ਘਿਓ ਖਾਂਦੀ ਚੂਰੀ ਕੁੱਟਦੀ, ਕੁੱਟ ਕੁੱਟ ਚੂਰੀ ਭਰਿਆ ਥਾਲ, ਵਹੁਟੀ ਸਜੇ ਨਨਾਨਾ ਨਾਲ। ਇਸ ਤਰੀਕੇ ਦੇ ਨਾਲ ਉਹ ਤ੍ਰਿੰਝਣਾਂ ਦੇ ਵਿੱਚ ਜਦੋਂ ਇਕੱਠੀਆਂ ਹੁੰਦੀਆਂ ਹਨ, ਪੀਂਘਾਂ ਝੂਟਦੀਆਂ ਹਨ, ਕਿੱਕਲੀ ਪਾਉਂਦੀਆਂ ਹਨ ਅਤੇ ਇੱਦਾਂ ਦੇ ਲੋਕ ਗੀਤ ਗਾਉਂਦੀਆਂ ਹਨ। ਖੇਡਦੇ ਖੇਡਦੇ ਫਿਰ ਕੀ ਹੁੰਦਾ, ਮੁੰਡੇ ਅਤੇ ਜਿਹੜੇ ਮੁੰਡੇ ਨੇ ਗੱਭਰੂ ਹੋ ਜਾਂਦੇ ਹਨ, ਕੁੜੀਆਂ ਮੁਟਿਆਰਾਂ ਹੋ ਜਾਂਦੀਆਂ ਅਤੇ ਵਿਆਹੁਣ ਦੇ ਯੋਗ ਹੋ ਜਾਂਦੀਆਂ ਹਨ ਅਤੇ ਵਿਆਹ ਦੇ ਜਿਹੜੇ ਕਾਰਜ ਨੇ ਸ਼ੁਰੂ ਹੋ ਜਾਂਦੇ ਹਨ। ਕੁੜੀ ਦੇ ਵਿਆਹ 'ਤੇ ਸੁਹਾਗ ਗਾਏ ਜਾਂਦੇ ਹਨ, ਜੋ ਕਿ ਮੈਂ ਪਹਿਲਾਂ ਵੀ ਦੱਸਿਆ ਹੈ ਕਿ ਕੁੜੀ ਦੇ ਵਿਆਹ ਤੋਂ ਪਹਿਲਾਂ ਮਹੀਨਾ ਪਹਿਲਾਂ ਸਵਾ ਮਹੀਨਾ ਪਹਿਲਾਂ ਜਿਹੜੇ ਸੀਗੇ ਸੁਹਾਗ ਗਾਏ ਜਾਂਦੇ ਸੀ, ਗੀਤ ਗਾਏ ਜਾਂਦੇ ਸਨ ਅਤੇ ਮੁੰਡੇ ਦੇ ਵਿਆਹ 'ਤੇ ਘੋੜੀਆਂ ਗਾਈਆਂ ਜਾਂਦੀਆਂ ਬੜੇ ਸ਼ਗਨਾਂ ਅਤੇ ਚਾਵਾਂ ਦੇ ਨਾਲ। ਪਰ ਅੱਜ ਕੱਲ੍ਹ ਕੀ ਚੱਲ ਰਿਹਾ, ਲੇਡੀ ਸੰਗੀਤ ਚੱਲਦਾ ਜੋ ਕਿ ਇੱਕ ਦਿਨ ਦਾ ਹੁੰਦਾ, ਉਹਦੇ ਵਿੱਚ ਵੀ ਗੀਤ ਘੱਟ ਗਾਏ ਜਾਂਦੇ ਅਤੇ ਡੀਜ਼ੇ ਚੱਲਦੇ ਹਨ ਅਤੇ ਡੀਜ਼ਿਆਂ 'ਤੇ ਡਾਂਸ ਕੀਤਾ ਜਾਂਦਾ। ਪਹਿਲਾਂ ਵਾਲਾ ਅੱਜ ਕੱਲ੍ਹ ਨਹੀਂ ਰਿਹਾ, ਜੋ ਪਹਿਲਾਂ ਜਿੱਦਾਂ ਚੱਲਦਾ ਸੀ, ਹੁਣ ਅੱਜ ਕੱਲ੍ਹ ਉਹ ਚੀਜ਼ਾਂ ਨਹੀਂ ਰਹੀਆਂ।
ਜਿਵੇਂ ਪਹਿਲਾਂ ਕਈ ਕਈ ਦਿਨ ਗੀਤ ਗਾਏ ਜਾਂਦੇ ਸਨ, ਸਾਰੇ ਇਕੱਠੇ ਹੁੰਦੇ ਸੀ, ਰਿਸ਼ਤੇਦਾਰ ਆਉਂਦੇ ਸਨ, ਘਰ ਦੀਆਂ ਧੀਆਂ ਨੂੰਹਾਂ, ਵੱਡੀਆਂ ਬੁੱਢੀਆਂ ਸਭ ਇਕੱਠੀਆਂ ਹੋ ਕੇ ਗਿੱਧਾ ਪਾਉਂਦੀਆਂ ਸਨ ਅਤੇ ਗੀਤ ਗਾਉਂਦੀਆਂ ਸਨ। ਜਿਵੇਂ ਵੀਰਾ ਜਦ ਤੂੰ ਚੜਿਆ ਖਾਰੇ ਵੇ, ਤੇਰਾ ਬਾਪ ਰੁਪਈਆ ਵਾਰੇ ਵੇ, ਲਟਕੀਂਦੇ ਵਾਲ ਸੋਨੇ ਦੇ, ਤੇਰੀ ਸਦਕੇ ਜਾਂਦੀ ਮਾਂ। ਇਹ ਮੁੰਡੇ ਦੇ ਘਰ ਗਾਇਆ ਜਾਣ ਵਾਲਾ ਗੀਤ ਹੈ। ਲਟਕੀਂਦੇ ਵਾਲ ਸੋਨੇ ਦੇ ਮਤਲਬ ਕਿ ਸੋਹਣੇ ਸੋਹਣੇ ਵਾਲ ਨੇ ਮੇਰੇ ਵੀਰੇ ਦੇ, ਸੋਨੇ ਵਰਗੇ ਵਾਲ ਨੇ, ਸਦਕੇ ਜਾਂਦੀ ਮਾਂ। ਇਹ ਮੁੰਡੇ ਦੇ ਵਿਆਹ 'ਤੇ ਗਾਇਆ ਜਾਣ ਵਾਲਾ ਗੀਤ ਹੈ। ਖਾਰੇ ਦਾ ਮਤਲਬ ਹੁੰਦਾ ਜਦੋਂ ਵਿਆਹ ਵੇਲੇ ਮੁੰਡਾ ਨਹਾਉਂਦਾ ਹੈ, ਉਹਨੂੰ ਕਹਿੰਦੇ ਆ ਖਾਰੇ। ਖਾਰੇ ਚੜਾਇਆ ਜਾਂਦਾ ਮਤਲਬ ਕਿ ਨਹਾਉਂਦਾ, ਅਤੇ ਉਹਦਾ ਮਾਮਾ ਕੀ ਕਰਦਾ ਹੁੰਦਾ, ਉਹਨੂੰ ਚੱਕ ਕੇ ਖਾਰੇ ਤੋਂ ਉਤਾਰਦਾ ਹੈ। ਅੱਗੇ ਕੀ, ਬਾਬਲ ਮੇਰਾ ਇੱਕ ਕਹਿਣਾ ਕੀਜੀਏ, ਮੈਨੂੰ ਰਾਮ ਰਤਨ ਵਰ ਦੀਜੀਏ, ਜਾਈਏ ਲੈ ਆਂਦਾ ਵਰ ਟੋਲ ਕੇ, ਜਿਉ ਰੰਗ ਕੁਸੁੰਬੜਾ ਘੋਲ ਕੇ। ਹੁਣ ਜਿਹੜਾ ਇਹ ਵਾਲਾ ਲੋਕ ਗੀਤ ਹੈ ਨਾ, ਇਹ ਕੁੜੀ ਦੇ ਘਰ ਵਿੱਚ ਗਾਇਆ ਜਾਂਦਾ ਹੈ। ਜੋ ਆਪਾਂ ਪਹਿਲਾਂ ਪੜ੍ਹਿਆ ਸੀ, ਵੀਰਾ ਜਦ ਤੂੰ ਚੜਿਆ ਖਾਰੇ ਵੇ, ਇਹ ਮੁੰਡੇ ਦੇ ਘਰ ਗਾਇਆ ਜਾਂਦਾ ਹੈ, ਅਤੇ ਜਿਹੜਾ ਬਾਬਲ ਮੇਰਾ ਇੱਕ ਕਹਿਣਾ ਕੀਜੀ, ਇਹ ਕੁੜੀ ਦੇ ਘਰ ਗਾਇਆ ਜਾਂਦਾ ਹੈ। ਐਂ ਹੀ ਫਿਰ ਹੱਸਦੇ ਠੱਠਦੇ ਢੋਲ ਧਮੱਕਿਆਂ ਦੇ ਨਾਲ ਜਿਹੜਾ ਮਾਹੌਲ ਹੈ ਕਰੁਣਾਮਈ ਹੋ ਜਾਂਦਾ ਹੈ, ਇਮੋਸ਼ਨਲ ਹੋ ਜਾਂਦਾ, ਕਿਉਂਕਿ ਜਿਹੜੀ ਕੁੜੀ ਹੈ ਨਾ, ਉਹਨੂੰ ਤੋਰਨ ਦਾ ਸਮਾਂ ਆ ਜਾਂਦਾ। ਉਹ ਟਾਈਮ ਆ ਜਾਂਦਾ ਜਦੋਂ ਕੁੜੀ ਨੂੰ ਡੋਲੀ ਦੇ ਵਿੱਚ ਪਾਇਆ ਜਾਂਦਾ ਹੈ, ਤਾਂ ਆਪਣੀ ਮਾਂ ਬਾਪ, ਭੈਣ ਭਰਾਵਾਂ, ਸਹੇਲੀਆਂ, ਘਰ-ਬਾਰ ਨੂੰ ਛੱਡ ਕੇ ਉਹਨੂੰ ਆਪਦੇ ਸਹੁਰੇ ਘਰ ਜਾਣਾ ਪੈਂਦਾ। ਅਤੇ ਇਹ ਜਿਹੜਾ ਵਿਛੋੜੇ ਦਾ ਵੇਲਾ ਹੁੰਦਾ, ਸਮਾਂ ਹੁੰਦਾ, ਕੁੜੀ ਲਈ ਬਹੁਤ ਔਖਾ ਹੁੰਦਾ। ਇਹ ਜੋ ਸੀਨ ਹੈ ਬਹੁਤ ਇਮੋਸ਼ਨਲ ਹੁੰਦਾ। ਇੱਕ ਕੁੜੀ ਨੂੰ ਆਪਦਾ ਪੇਕਾ ਘਰ, ਜਿੱਥੇ ਉਹ ਬਚਪਨ ਦੇ ਵਿੱਚ ਖੇਡੀ ਹੈ, ਗੁੱਡੀਆਂ ਪਟੋਲੇ ਖੇਡੀ ਹੈ, ਸਭ ਕੁਝ ਛੱਡ ਕੇ ਉਹਨੂੰ ਇੱਕ ਦੂਸਰੇ ਘਰ ਜਾਣਾ ਪੈਂਦਾ ਹੈ। ਤਾਂ ਉਹਦਾ ਲੋਕ ਗੀਤ ਕੀ ਹੈ, ਸਾਡਾ ਚਿੜੀਆਂ ਦਾ ਚੰਬਾ ਵੇ, ਬਾਬਲ ਅਸਾਂ ਉੱਡ ਜਾਣਾ, ਸਾਡੀ ਲੰਬੀ ਉਡਾਰੀ ਵੇ, ਬਾਬਲ ਕਿਹੜੇ ਦੇਸ਼ ਜਾਣਾ, ਤੇਰੇ ਮਹਿਲਾਂ ਦੇ ਵਿੱਚ ਵੇ, ਤੇਰੇ ਮਹਿਲਾਂ ਦੇ ਵਿੱਚ ਵੇ, ਬਾਬਲ ਡੋਲਾ ਨਹੀਂ ਲੰਘਦਾ, ਇੱਕ ਇੱਟ ਪੁਟਾ ਦੇਵਾਂ ਧੀਏ, ਘਰ ਜਾ ਆਪਣੇ। ਹੁਣ ਇਸ ਇਮੋਸ਼ਨਲ ਲੋਕ ਗੀਤ ਦੇ ਵਿੱਚ ਜਿਹੜੀ ਇੱਕ ਕੁੜੀ ਹੈ, ਉਹ ਕੀ ਕਹਿ ਰਹੀ ਹੈ ਕਿ ਸਾਡਾ ਚਿੜੀਆਂ ਦਾ ਚੰਬਾ ਹੈ, ਅਸੀਂ ਉੱਡ ਜਾਣਾ ਹੈ, ਸਾਡੀ ਜਿਹੜੀ ਲੰਬੀ ਹੈ ਉਡਾਰੀ, ਕਿਹੜੇ ਦੇਸ਼ ਜਾਣਾ ਹੈ, ਜਿੱਥੇ ਸਾਡਾ ਬਾਬਲ ਸਾਨੂੰ ਤੋਰੇਗਾ। ਫਿਰ ਇੱਕ ਕੁੜੀ ਆਪਦੇ ਬਾਬਲ ਨੂੰ ਕਹਿੰਦੀ ਹੈ ਕਿ ਮੇਰਾ ਜੋ ਡੋਲਾ ਹੈ ਉਹ ਵੱਡਾ ਹੈ, ਉਹ ਲੰਘ ਨਹੀਂ ਰਿਹਾ, ਵੀ ਮੈਨੂੰ ਕੁਛ ਦਿਨ ਆਪਦੇ ਮਹਿਲਾਂ 'ਚ ਰੱਖ ਲਾ। ਤਾਂ ਬਾਬਲ ਕੀ ਕਹਿੰਦਾ ਵੀ ਮੈਂ ਮਹਿਲਾਂ ਦੀ ਇੱਕ ਇੱਟ ਪੁਟਾ ਦਾਂਗਾ ਕਿ ਤੇਰਾ ਡੋਲਾ ਲੰਘ ਸਕੇ, ਖੁੱਲ੍ਹਾ ਕਰਾ ਦੂੰਗਾ ਗੇਟ ਕਿ ਤੇਰਾ ਜਿਹੜਾ ਡੋਲਾ ਉਹ ਲੰਘ ਸਕੇ, ਪਰ ਤੂੰ ਆਪਦੇ ਘਰ ਜਾ। ਇਸ ਤੋਂ ਬਾਅਦ ਕੀ ਹੁੰਦਾ, ਜਦੋਂ ਇੱਕ ਕੁੜੀ ਆਪਦੇ ਸਹੁਰੇ ਘਰ ਪਹੁੰਚ ਜਾਂਦੀ ਹੈ, ਆਪਦੇ ਪਰਿਵਾਰ ਦੇ ਵਿੱਚ, ਆਪਦੀ ਸੱਸ ਦੇ ਕੋਲ, ਉਹ ਕੁੜੀ ਸਹੁਰੇ ਵਿੱਚ ਘਰ ਦੇ ਵਿੱਚ ਸੱਸ ਦੀਆਂ ਸਖਤੀਆਂ ਉਸ ਨੂੰ ਬਹੁਤ ਚੁੱਭਦੀਆਂ ਹਨ। ਉਸ ਦਾ ਹੋਰਨਾਂ ਰਿਸ਼ਤਿਆਂ ਜਿਵੇਂ ਨਨਾਣ, ਦਿਓਰ, ਜੇਠ, ਜਠਾਣੀ ਆਦਿ ਨਾਲ ਵੀ ਵਾਹ ਪੈਂਦਾ ਹੈ, ਅਤੇ ਸੱਸ ਜਿੱਥੇ ਸਖਤੀਆਂ ਕਰਦੀ ਉੱਥੇ ਪਿਆਰ ਵੀ ਕਰਦੀ ਹੈ। ਅਤੇ ਸਖਤੀਆਂ ਦੇ ਵਿੱਚ ਜੋ ਇੱਕ ਲੋਕ ਗੀਤ ਹੈ ਉਹ ਹੈ, ਕੁੜੀ ਉਹ ਲੈਣੀ ਜਿਹੜੀ ਕੁੜਕੁੜ ਕਰਦੀ ਏ, ਸਹੁਰੇ ਨਹੀਂ ਜਾਣਾ, ਸੱਸ ਬੁੜਬੁੜ ਕਰਦੀ ਹੈ। ਫਿਰ ਕਿਤੇ ਖੱਟੇ ਮਿੱਠੇ ਰਿਸ਼ਤਿਆਂ ਦੇ ਵਿੱਚ ਦਿਓਰ ਲਈ, ਜੋ ਭਾਬੀ ਅਤੇ ਦਿਓਰ ਦਾ ਰਿਸ਼ਤਾ, ਉਹਦੇ ਲਈ ਇਹ ਲੋਕ ਗੀਤ ਬਣਿਆ ਹੋਇਆ, ਮੇਰਾ ਦਿਓਰ ਬੜਾ ਟੁੱਟ ਪੈਣਾ, ਹੱਸਦੀ ਦੇ ਦੰਦ ਗਿਣਦਾ। ਸਹੁਰੇ ਘਰ ਵਿੱਚ ਸਾਰੇ ਰਿਸ਼ਤਿਆਂ ਦਾ ਖੱਟਾ ਮਿੱਠਾ ਆਨੰਦ ਮਾਣਦੇ ਹੋਏ ਜੋ ਨੂੰਹ ਹੈ ਉਹ ਆਪਣੀ ਜ਼ਿੰਦਗੀ ਅੱਗੇ ਦੀ ਅੱਗੇ ਉਹਦੀ ਜਿਹੜੀ ਜ਼ਿੰਦਗੀ ਹੈ ਤੁਰਦੀ ਰਹਿੰਦੀ ਹੈ, ਅਤੇ ਕਦੇ ਨੌਕਰੀ ਖਾਤਰ ਪ੍ਰਦੇਸ਼ ਗਏ ਪਤੀ ਦਾ ਵਿਛੋੜਾ ਚੱਲਦੀ ਹੈ, ਤਾਂ ਉਹ ਕੀ ਬੋਲਦੀ ਹੈ ਕਿ ਇੱਕ ਲੋਕ ਗੀਤ ਹੈ, ਜਦੋਂ ਮਾਹੀ ਚੱਲਿਆ ਮੈਂ ਖੜੀ ਸਾਂ ਖੂਹ 'ਤੇ, ਜਦੋਂ ਮਾਹੀ ਚੱਲਿਆ ਮੈਂ ਖੜੀ ਸਾਂ ਖੂਹ 'ਤੇ, ਮੋਟੇ ਮੋਟੇ ਹੰਝੂ ਡਿੱਗੇ ਗੋਰੇ ਗੋਰੇ ਮੂੰਹ 'ਤੇ। ਕਦੇ ਸਹੁਰੇ ਘਰ ਬੈਠ ਕੇ ਵੀਰ ਦੀ ਉਡੀਕ ਕਰਦੀ ਹੈ, ਕਿਉਂਕਿ ਦੇਖੋ ਉਹਨਾਂ ਦਿਨਾਂ ਦੇ ਵਿੱਚ ਨਾ ਤਾਂ ਕੋਈ ਮੋਬਾਈਲ ਸੀ, ਨਾ ਕੋਈ ਫੋਨ ਸੀ, ਤਾਂ ਇੱਕ ਭੈਣ ਐਂ ਉਡੀਕ ਕਰਦੀ ਸੀ। ਉਹਨਾਂ ਦਿਨਾਂ ਦੇ ਵਿੱਚ ਜਦੋਂ ਬਨੇਰੇ 'ਤੇ ਕੋਠੇ ਉੱਤੇ ਕੋਈ ਕਾਂ ਬੋਲਦਾ ਸੀ ਨਾ, ਤਾਂ ਲੋਕ ਅੰਦਾਜ਼ਾ ਲਗਾਉਂਦੇ ਸੀ ਕਿ ਅੱਜ ਮੇਰੇ ਭਰਾ ਨੇ ਆਉਣਾ ਹੈ ਜਾਂ ਸਾਡੇ ਘਰ ਕਿਸੇ ਰਿਸ਼ਤੇਦਾਰ ਨੇ ਆਉਣਾ ਹੈ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਕੋਈ ਮੋਬਾਈਲ ਨਹੀਂ ਹੁੰਦਾ ਸੀ, ਜਾਂ ਫਿਰ ਚਿੱਠੀ ਹੁੰਦੀ ਸੀ, ਜਾਂ ਫਿਰ ਪੰਛੀਆਂ ਤੋਂ ਹੀ ਅੰਦਾਜ਼ਾ ਲਗਾਇਆ ਜਾਂਦਾ ਸੀ। ਤਾਂ ਇਹਦੇ ਲਈ ਲੋਕ ਗੀਤ ਹੈ। ਆਪਦਾ ਸੁਨੇਹਾ ਭੇਜਦੀ ਹੋਈ ਇੱਕ ਭੈਣ ਲਿਖਦੀ ਹੈ,
ਲੋਕ ਗੀਤ ਦੇ ਵਿੱਚ ਉੜਦਾ ਵੇ ਜਾਮੀ ਕਾਵਾਂ ਬੈਂਦੜਾ ਜਾਮੀ ਮੇਰੇ ਪੇਕੜੇ ਮੈਂ ਵਾਰੀ। ਦੱਸੀ ਵੇ ਕਾਵਾਂ ਦੱਸੀ ਵੀਰ ਮੇਰੇ ਨੂੰ ਆਊਗਾ ਨੀਲਾ ਘੋੜਾ ਬੀੜ ਕੇ ਮੈਂ ਵਾਰੀ। ਹੁਣ ਉਹਨਾਂ ਦਿਨਾਂ ਦੇ ਵਿੱਚ ਨਾ ਤਾਂ ਕੋਈ ਫੋਨ ਹੁੰਦਾ ਸੀ, ਨਾ ਹੀ ਕੋਈ ਜ਼ਿਆਦਾ ਚਿੱਠੀ ਪੱਤਰ ਹੁੰਦਾ ਸੀ, ਤਾਂ ਇੱਦਾਂ ਹੀ ਪੰਛੀਆਂ ਦੇ ਰਾਹੀਂ ਲਗਾ ਲਓ, ਜਾਨਵਰਾਂ ਦੇ ਰਾਹੀਂ ਕਿਹੜਾ ਜਿਹਾ ਕੀਤਾ ਜਾਂਦਾ ਸੀ, ਇੱਕ ਮੈਸੇਜ ਇੱਕ ਤੋਂ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਦਿੱਤਾ ਜਾਂਦਾ ਸੀ। ਸੋ ਇਸੇ ਤਰ੍ਹਾਂ ਜੋ ਪੰਜਾਬੀ ਲੋਕ ਗੀਤਾਂ ਵਿੱਚ ਪੰਜਾਬੀ ਰਹਿਣੀ ਬਹਿਣੀ ਦੀ ਝਲਕ ਨਜ਼ਰ ਆਉਂਦੀ ਹੈ। ਅਜੋਕੇ ਸਮੇਂ ਦੀ ਭੱਜ ਦੌੜ ਅਤੇ ਟੈਕਨੋਲਜੀ ਦੇ ਪ੍ਰਭਾਵ ਸਦਕਾ ਸਾਡੇ ਜੀਵਨ ਵਿੱਚ ਇਹ ਲੋਕ ਗੀਤ ਕੁਝ ਘੱਟ ਗਏ ਹਨ। ਕੁਝ ਘੱਟ ਹੀ ਕੀ ਗਏ ਹਨ, ਲਗਭਗ ਅਲੋਪ ਹੀ ਹੁੰਦੇ ਜਾ ਰਹੇ ਹਨ। ਜਿਵੇਂ ਅੱਜ ਤਿੱਥਾਂ ਤਿਉਹਾਰਾਂ 'ਤੇ ਵਿਆਹ ਸ਼ਾਦੀਆਂ 'ਤੇ ਇਹਨਾਂ ਲੋਕ ਗੀਤਾਂ ਦੀ ਵਰਤੋਂ ਨਵੀਂ ਸ਼ੈਲੀ ਰਾਹੀਂ ਭਾਵ ਲੋਕ ਗੀਤਾਂ ਨੂੰ ਫਿਲਮੀ ਗਾਣਿਆਂ ਜਾਂ ਹੋਰ ਨਵੇਂ ਗਾਣੇ ਨਾਲ ਰਲਾ ਮਿਲਾ ਕੇ ਵਜਾਇਆ ਜਾਂਦਾ ਜਾਂ ਗਾਇਆ ਜਾਂਦਾ ਹੈ। ਜਿਵੇਂ ਮੈਂ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ ਜਿਵੇਂ ਸਵਾ ਮਹੀਨਾ ਪਹਿਲਾਂ ਕੁੜੀ ਦੇ ਵਿਆਹ ਤੋਂ ਪਹਿਲਾਂ ਸੁਹਾਗ ਗਾਏ ਜਾਂਦੇ ਸਨ, ਮੁੰਡੇ ਦੇ ਵਿਆਹ 'ਤੇ ਘੋੜੀਆਂ ਗਾਈਆਂ ਜਾਂਦੀਆਂ ਸਨ। ਪਰ ਅੱਜ ਕੱਲ੍ਹ ਇਹ ਟਰੈਂਡ ਨਹੀਂ ਰਿਹਾ, ਕਿਉਂਕਿ ਸ਼ਾਇਦ ਲੋਕਾਂ ਕੋਲ ਇੰਨਾ ਟਾਈਮ ਹੀ ਨਹੀਂ ਰਿਹਾ। ਤਾਂ ਅੱਜ ਕੱਲ੍ਹ ਤਾਂ ਸਿਰਫ ਡੀਜ਼ਿਆਂ 'ਤੇ ਜਾਂ ਫਿਲਮੀ ਗਾਣੇ ਨੂੰ ਲਗਾ ਕੇ ਹੀ ਨੱਚਿਆ ਜਾਂਦਾ ਹੈ। ਗੀਤ ਬਹੁਤ ਹੀ ਘੱਟ ਗਾਏ ਜਾਂਦੇ ਹਨ। ਕਿਤੇ ਕਿਤੇ ਕੋਈ ਵਿਰਲਾ ਹੀ ਪਿੰਡ ਰਹਿ ਗਏ ਹਨ ਜਿੱਥੇ ਇਹ ਗੀਤ ਗਾਏ ਜਾਂਦੇ ਹਨ। ਜਾਂ ਫਿਰ ਇੱਕ ਨਵਾਂ ਟਰੈਂਡ ਚੱਲਿਆ, ਲੋਕ ਕੀ ਕਿਰਾਏ 'ਤੇ ਲੈ ਕੇ ਆਉਂਦੇ ਹਨ ਗੀਤ ਗਾਉਣ ਵਾਲੇ। ਪੰਜਾਬੀ ਸੱਭਿਆਚਾਰ ਇੱਕ ਟੀਮ ਬਣੀ ਹੁੰਦੀ, ਆਰਕੈਸਟਰਸ ਹੁੰਦੀਆਂ ਨੇ ਜਿਹੜੇ ਕਿ ਗੀਤ ਗਾਏ ਜਾਂਦੇ ਹਨ, ਜੋ ਕਿ ਕਿਰਾਏ 'ਤੇ ਗਾਏ ਜਾਂਦੇ ਹਨ। ਲੋਕਾਂ ਨੂੰ ਹੁਣ ਉਹ ਗੀਤ ਦੀ ਨੌਲੇਜ ਹੀ ਨਹੀਂ ਰਹੀ, ਨਾ ਹੀ ਉਹਨਾਂ ਨੂੰ ਇਹ ਗੀਤ ਆਉਂਦੇ ਹਨ। ਇਹ ਹੁਣ ਸਿਰਫ ਇੱਕ ਡੀਜ਼ਿਆਂ 'ਤੇ ਹੀ ਰਹਿ ਚੁੱਕੇ ਹਨ। ਪਰ ਸਾਨੂੰ ਪੰਜਾਬੀ ਲੋਕ ਗੀਤਾਂ ਦੀ ਇਹ ਜਿਹੜੀ ਵਡਮੁੱਲੀ ਅਤੇ ਅਮੀਰ ਵਿਰਾਸਤ ਹੈ ਨਾ, ਇਸ ਨੂੰ ਉਸਦੇ ਅਸਲੀ ਰੂਪ ਵਿੱਚ ਸੰਭਾਲ ਕੇ ਰੱਖਣਾ ਚਾਹੀਦਾ ਹੈ ਅਤੇ ਜਿਹੜੀ ਸਾਡੀ ਨਵੀਂ ਪੀੜ੍ਹੀ ਹੈ ਨਾ ਉੱਥੋਂ ਤੱਕ ਪਹੁੰਚਾਉਣਾ ਚਾਹੀਦਾ ਹੈ। ਸਾਡੀ ਜਿਹੜੀ ਨਵੀਂ ਪੀੜ੍ਹੀ ਹੈ ਨਾ, ਉਹਨਾਂ ਨੂੰ ਇਹ ਲੋਕ ਗੀਤਾਂ ਦੀ ਪਹਿਚਾਣ ਹੋਣੀ ਚਾਹੀਦੀ ਹੈ, ਨੌਲੇਜ ਹੋਣੀ ਚਾਹੀਦੀ ਹੈ ਵੀ ਲੋਕ ਗੀਤ ਕੀ ਹਨ। ਕਿਉਂਕਿ ਜਿਹੜਾ ਸਾਡਾ ਪੰਜਾਬੀ ਸੱਭਿਆਚਾਰ ਹੈ ਨਾ, ਇਹ ਬਹੁਤ ਹੀ ਅਮੀਰ ਹੈ। ਦੇਖੋ ਜਿੰਨੇ ਵੀ ਹੁਣ ਆਪਾਂ ਲੋਕ ਗੀਤ ਪੜ੍ਹੇ ਹਨ, ਕਿੰਨੇ ਇੰਟਰਸਟਿੰਗ ਨੇ, ਕਿੰਨੇ ਮਜ਼ੇਦਾਰ ਸਨ, ਕਿੰਨਾ ਉਹਨਾਂ 'ਚ ਰਸ ਸੀ, ਪੜ੍ਹ ਕੇ ਕਿੰਨਾ ਸਵਾਦ ਆ ਰਿਹਾ ਸੀ। ਇਹ ਸਾਡੀ ਇੱਕ ਵਿਰਾਸਤ ਹੈ, ਸਾਡਾ ਸੱਭਿਆਚਾਰ ਦਾ ਇੱਕ ਬਹੁਤ ਹੀ ਕੀਮਤੀ ਗਹਿਣਾ ਹੈ। ਸਾਨੂੰ ਲੋੜ ਹੈ ਇਸ ਨੂੰ ਸੰਭਾਲ ਕੇ ਰੱਖਣ ਦੀ। ਸੋ ਸਟੂਡੈਂਟਸ, ਉਮੀਦ ਕਰਦੀ ਹਾਂ ਕਿ ਤੁਹਾਨੂੰ ਜੋ ਇਹ ਲੇਖ ਹੈ, ਪਾਠ ਹੈ, ਚੰਗੀ ਤਰ੍ਹਾਂ ਸਮਝ ਆ ਚੁੱਕਾ ਹੋਏਗਾ। ਜੋ ਖੇਡਾਂ ਦਾ ਮੈਂ ਐਕਸਪਲੇਨ ਕੀਤਾ ਹੈ ਵੀ ਕੋਟੜਾ ਛਪਾਕੀ ਕਿਹੜੀ ਹੈ, ਜੋ ਵੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਚੁੱਕੀ ਹੋਏਗੀ। ਕੋਸ਼ਿਸ਼ ਕਰਿਓ, ਟਰਾਈ ਕਰਿਓ, ਉਸ ਗੇਮ ਨੂੰ ਖੇਡਿਓ, ਬਹੁਤ ਹੀ ਮਜ਼ੇਦਾਰ ਸੀ। ਔਰ ਜੋ ਵੀ ਮੈਂ ਇਹਦੇ ਵਿੱਚ ਲੋਕ ਗੀਤ ਤੁਹਾਨੂੰ ਦਿੱਤੇ ਹਨ, ਉਸ ਨੂੰ ਫੇਅਰ ਕਾਪੀ 'ਤੇ ਡੈਕੋਰੇਟ ਕਰਕੇ ਉਹਦੇ ਵਿੱਚੋਂ ਕੋਈ ਆਪਦੀ ਚੁਆਇਸ ਦੇ 2 ਤੁਸੀਂ ਲਿਖਣੇ ਹਨ। ਔਰ ਇਹ ਚੈਪਟਰ ਮੈਂ ਪਹਿਲਾਂ ਵੀ ਪੜ੍ਹਨ ਨੂੰ ਦਿੱਤਾ ਸੀ, ਇੱਕ ਵਾਰ ਤੁਸੀਂ ਦੁਬਾਰਾ ਪੜ੍ਹਨਾ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਜਾਏ। ਤਾਂ ਅਗਲੀ ਵੀਡੀਓ ਦੇ ਵਿੱਚ ਆਪਾਂ ਇਹਦੇ ਕੁਐਸਚਨ ਆਨਸਰ ਕਰਾਂਗੇ। ਧੰਨਵਾਦ।